ਆਣ ਤਰੀਕਾਂ ਵਾਰਾਂ ਮੁਹੂਰਤਾਂ ਤੇ ਮਹੀਨਿਆਂ ਦੇ ਵਿੱਚ ਉਲਝ ਕੇ ਰਹਿ ਗਿਆ ਹੈ, ਉਸ ਨੂੰ ਇਹਨਾਂ ਵਿਕਾਰਾਂ ਦੇ ਵਿੱਚੋਂ, ਇਹਨਾਂ ਕੰਮਾਂ ਦੇ ਵਿੱਚੋਂ ਕੱਢ ਕੇ ਕੇਵਲ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਨਾਮ ਦੇ ਨਾਲ ਜੋੜਨਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਾਨੂੰ ਬਖਸ਼ਿਸ਼ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ਼ਬਦ ਦਿੱਤੇ ਨੇ, ਉਹਨਾਂ ਸ਼ਬਦਾਂ ਦੇ ਵਿੱਚ ਹਰੇਕ ਗੱਲ ਤੋਂ ਸਾਨੂੰ ਕਰਮ ਕਰਨ ਤੋਂ ਰੋਕਿਆ ਵੀ ਗਿਆ ਹੈ, ਤੇ ਪਰ ਗੁਣ ਕਰਨ ਤੋਂ ਕਦੇ ਵੀ ਸਾਨੂੰ ਨਹੀਂ ਰੋਕਿਆ ਗਿਆ। ਜੋ ਅਸੀਂ ਸਰੀਰਕ ਸਾਧਨਾ ਕਰਦੇ ਹਾਂ, ਉਹਨਾਂ ਸਾਧਨਾ ਦੇ ਰਾਹੀਂ ਮਹਾਰਾਜ ਨੇ ਸਾਨੂੰ ਬਾਰ-ਬਾਰ ਗੁਰਬਾਣੀ ਦੇ ਵਿੱਚ ਇਹੀ ਸਮਝਾਇਆ ਕਿ ਜੋ ਵਸਤੂਆਂ ਰੱਬ ਜੀਆਂ ਨੇ ਦਿੱਤੀਆਂ ਨੇ ਉਹ ਵਰਤਣ ਵਾਸਤੇ ਦਿੱਤੀਆਂ ਨੇ। ਜੇ ਇਨਸਾਨ ਆਪਣੀ ਮੁਖ ਦੀ ਚੁੱਪ ਕਰਕੇ, ਮੁਖ ਤੋਂ ਬੋਲੇ ਨਾ ਕੁਛ ਕਵੇ ਕਿ ਮੈਂ ਚੁੱਪ ਰਹਿ ਕੇ ਹੀ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਾਂਗਾ, ਤੇ ਮਹਾਰਾਜ ਕਹਿੰਦੇ ਰੱਬ ਜੀਆਂ ਨੇ ਇਹ ਜੀਭਾ ਲਾਈ ਹੈ ਬੋਲਣ ਵਾਸਤੇ। ਜਿਨ ਜਿਹਬਾ ਦਿੱਤੀ ਬੋਲੇ ਤਾਤ, ਬੋਲ ਲੈਂਦੀ ਹੈ। ਪਰ ਮਹਾਰਾਜ ਨੇ ਸਾਨੂੰ ਬਾਰ-ਬਾਰ ਇਹ ਵੀ ਸਮਝਾਇਆ ਕਿ ਜਿਹੜਾ ਤਨ ਮਿਲਿਆ ਨਾ, ਇਹ ਤਨ ਦੀ ਬਹੁਤ ਕੀਮਤ ਹੈ, ਬਹੁਤ ਕਦਰ ਕਰਨੀ ਪਵੇਗੀ ਤੈਨੂੰ ਇਸ ਤਨ ਦੀ। ਸੋ ਇਸ ਕਰਕੇ ਇਹਨੂੰ ਠੰਡਾਂ ਦੇ ਵਿੱਚ, ਠੰਡੀਆਂ ਪਾਣੀਆਂ ਦੇ ਵਿੱਚ ਬਿਠਾ ਕੇ ਨਾ ਠਾਰ, ਜਾਂ ਇਹਨੂੰ ਤਪਦੀ ਅਗਨ ਦੇ ਵਿੱਚ ਬਿਠਾ ਕੇ ਨਾ ਸਾੜ, ਧੂਣੀਆਂ ਦੇ ਵਿੱਚ ਸਵਾਹਾਂ ਮਲ ਕੇ ਇਹਨੂੰ ਵਿਕਾਰੀ ਨਾ ਬਣਾ। ਇਸ ਦੀ ਕਦਰ ਕਰਦੇ ਹੋਏ ਅਕਾਲ ਪੁਰਖ ਪਰਮਾਤਮਾ ਨੂੰ ਤਾਂ ਅੰਦਰੋਂ ਜਪਣਾ ਹੈ, ਹਿਰਦੇ ਦੇ ਵਿੱਚ ਰੱਖਣਾ ਹੈ, ਤੇ ਬਾਹਰੀ ਤੌਰ ਦੀ ਚੁੱਪ, ਅੰਦਰ ਦੀ ਚੁੱਪ ਨੂੰ ਨਹੀਂ ਕੰਟਰੋਲ ਕਰ ਸਕਦੀ। ਬੰਦਾ ਬਾਹਰੋਂ ਚੁੱਪ ਹੋ ਜਾਏਗਾ, ਪਰ ਜਿਹੜਾ ਮਨ ਹੈ ਉਹਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਸੋ ਇਸ ਕਰਕੇ ਸਾਨੂੰ ਗੁਰਬਾਣੀ ਨੇ ਬਹੁਤ ਸਾਰੇ ਸੁਝਾਅ ਦਿੱਤੇ, ਬਖਸ਼ਿਸ਼ ਕੀਤੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਮਹਾਰਾਜ ਦੀ ਬਾਣੀ ਨੂੰ ਸਰਵਣ ਕਰਦੇ ਹਾਂ, ਤੇ ਸਾਨੂੰ ਇੱਕ ਭੁਲੇਖਾ ਜ਼ਰੂਰ ਰਹਿ ਜਾਂਦਾ ਕਿ ਬਾਰ-ਬਾਰ ਇਹ ਰਿਪੀਟ ਦੇ ਵਿੱਚ ਕਿਉਂ ਚੱਲਣਾ ਪੈਂਦਾ ਹੈ। ਸਾਨੂੰ ਜਿਹੜਾ ਅੰਮ੍ਰਿਤ ਵੇਲੇ ਅਸੀਂ ਨਿਤਨੇਮ ਕਰਦੇ ਹਾਂ ਉਹ ਰਿਪੀਟ ਕਿਉਂ ਕਰਨਾ ਪੈਂਦਾ ਹੈ, ਬਾਰ-ਬਾਰ ਕਿਉਂ ਪੜ੍ਹਨਾ ਪੈਂਦਾ ਹੈ। ਅਸਲ ਦੇ ਵਿੱਚ ਉਹ ਗੁਣ ਨੇ, ਤੇ ਉਹਨਾਂ ਗੁਣਾਂ ਨੂੰ ਬਾਰ-ਬਾਰ ਸਾਨੂੰ ਸਾਂਝ ਪਾਉਣੀ ਪੈਂਦੀ ਹੈ ਕਿ ਤਾਂ ਕਿ ਚੇਤਾ ਨਾ ਭੁੱਲ ਜਾਵੇ। ਬਾਣੀ ਯਾਦ ਕਰਨ ਦਾ ਢੰਗ ਵੀ ਇਹੋ ਹੀ ਹੈ ਕਿ ਜਦੋਂ ਵੀ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਜੇ ਯਾਦ ਕਰਨਾ ਹੈ ਤੇ ਉਹਦੇ ਵਿਚਲੀਆਂ ਗੱਲਾਂ ਜਿਹੜੀਆਂ ਨੇ ਉਹ ਚੇਤੇ ਰੱਖ ਲੈਣੀਆਂ ਚਾਹੀਦੀਆਂ ਨੇ ਕਿ ਇਸ ਤੋਂ ਅੱਗੇ ਮਹਾਰਾਜ ਕੀ ਸਮਝਾਉਂਦੇ ਨੇ, ਫਿਰ ਅਸੀਂ ਭੁੱਲਾਂਗੇ ਨਹੀਂ। ਸੋ ਸਤਿਗੁਰੂ ਜੀ ਨੇ ਸਾਨੂੰ ਬਾਰ-ਬਾਰ ਇਹਨਾਂ ਥਿੱਤਾਂ, ਵਾਰਾਂ, ਮਹੀਨਿਆਂ ਦੇ ਵਿੱਚੋਂ ਤੇ ਸਰੀਰਕ ਕਿਰਿਆਵਾਂ ਜਿਹੜੀਆਂ ਕਰਦੇ ਨੇ, ਲੋਕ ਤਪ ਕਰਦੇ ਨੇ, ਕਈ ਕੁਛ ਸਰੀਰ ਦੀ ਸਾਧਨਾ ਵਾਸਤੇ ਕਰਦੇ ਨੇ ਕਿ ਸ਼ਾਇਦ ਇਸ ਢੰਗ ਦੇ ਨਾਲ ਰੱਬ ਜਿਹੜਾ ਹੈ ਉਹ ਲੱਭ ਜਾਂਦਾ ਹੈ ਜਾਂ ਰੱਬ ਦੀ ਪਵਿੱਤਰਤਾ ਮਿਲ ਜਾਂਦੀ ਹੈ। ਪਰ ਜਿਹੜਾ ਅੱਜ ਦਾ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਥਿਤੀ ਗੌੜੀ ਦੇ ਅੰਦਰ 297 ਅੰਗ ਤੇ, ਮਹਾਰਾਜ ਜੀ ਇਸ ਸ਼ਬਦ ਦੇ ਵਿੱਚ, ਪੌੜੀ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਦੁੱਖ ਦਰਿਦਰ ਅਪਵਿੱਤਰਤਾ ਨਾਸੇ ਸਾਧ ਰਵਾਲ। ਇਹ ਦੁੱਖ ਦਰਿਦਰ ਤੇ ਅਪਵਿੱਤਰਤਾ, ਇਹ ਸਾਰਾ ਕੁਝ, ਤੇ ਨਾਲ ਹੀ ਮਹਾਰਾਜ ਕਹਿੰਦੇ ਨੇ ਮਨ ਨਿਰਮਲ ਮੁਖ ਉਜਲਾ। ਮਨ ਨਿਰਮਲ ਹੋ ਜਾਏਗਾ ਤੇ ਮੁਖ ਉਜਲ ਹੋ ਜਾਏਗਾ। ਹੋਵੇਗਾ ਕਿਵੇਂ? ਨਾਨਕ ਸਾਧ ਰਵਾਲ। ਰਵਾਲ ਕਹਿੰਦੇ ਨੇ ਚਰਨ ਧੂੜ ਨੂੰ। ਜਦੋਂ ਗੁਰੂ ਦੀ ਚਰਨ ਧੂੜ ਆਪਣੇ ਮਸਤਕ ਤੇ ਲਾਵੇਂਗਾ, ਜਾਂ ਮੰਨ ਕੇ ਚੱਲੋ ਕਿ ਗੁਰੂ ਦੇ ਦੱਸੇ ਹੋਏ ਸ਼ਬਦ ਨੂੰ ਜਪੇਗਾ, ਤੇ ਤੇਰਾ ਮਨ ਨਿਰਮਲ ਹੋ ਜਾਵੇਗਾ, ਮਨ ਪਵਿੱਤਰ ਹੋ ਜਾਏਗਾ। ਤੇ ਜੇ ਸੰਸਾਰੀ ਤੌਰ ਤੇ ਸੋਚੀਏ, ਕਿਉਂਕਿ ਮਹਾਰਾਜ ਨੇ ਸਾਨੂੰ ਦੋਵੇਂ ਪੱਖ ਬਖਸ਼ਿਸ਼ ਕੀਤੇ ਨੇ। ਜੇ ਬੰਦਾ ਆਖੇ ਵੀ ਜੇ ਬਾਹਰੀ ਤੌਰ ਤੋਂ ਧੂੜ ਕਿਹੜੀ ਹੁੰਦੀ ਹੈ, ਤੇ ਸਾਧ ਸੰਗਤ ਗੁਰੂ ਦਾ ਰੂਪ ਗੁਰਬਾਣੀ ਨੇ ਸਪਸ਼ਟ ਕੀਤਾ ਹੈ ਕਿ ਸਾਧ ਸੰਗਤ ਜਿਹੜੀ ਹੈ ਉਹ ਗੁਰੂ ਦਾ ਰੂਪ ਹੈ। ਜਿਹੜਾ ਸ਼ਬਦ ਹੈ ਉਹ ਤਾਂ ਗੁਰੂ ਹੈ ਹੀ,
ਪਰ ਜਿਹੜੀ ਸਾਧ ਸੰਗਤ ਹੈ ਨਾ ਉਹ ਵੀ ਗੁਰੂ ਦਾ ਰੂਪ ਹੈ। ਤੇ ਜੇ ਉਸ ਚਰਨ ਧੂੜ ਨੂੰ ਮਸਤਕ ਤੇ ਲਾਉਣਾ ਹੈ ਤੇ ਤਾਂ ਵੀ ਸਾਡੇ ਜੀਵਨ ਦਾ ਆਧਾਰ ਹੋ ਜਾਂਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਨੇ ਵੀ ਚਰਨ ਧੂੜ ਮੱਥੇ ਦੇ ਉੱਤੇ ਲਾ ਕੇ ਇੱਕ ਵਿਖਾਵਾ ਕਰਨਾ ਇਹ ਵੀ ਕੋਈ ਸ਼ੋਭਾ ਨਹੀਂ ਦਿੰਦਾ, ਜਾਂ ਤਾਂ ਸੱਚਮੁੱਚ ਹੀ ਅੰਦਰੋਂ ਹਿਰਦੇ ਤੋਂ ਝੁਕਿਆ ਹੋਵੇ, ਅੰਦਰ ਤੇਰਾ ਵਾਕਈ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਿਆ ਹੋਵੇ, ਫਿਰ ਤਾਂ ਮੰਨ ਲਈਏ। ਪਰ ਜੇ ਤੂੰ ਬਾਹਰੀ ਤੌਰ ਤੇ ਕੇਵਲ ਪਖੰਡ ਕਰਦਾ ਪਿਆ ਤੇ ਫਿਰ ਸਬਰਨ ਵਾਲਾ ਕੁਛ ਨਹੀਂ ਹੈਗਾ। ਕਿਉਂਕਿ ਮਹਾਰਾਜ ਨੇ ਸਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਬੰਦਾ ਮੁਖ ਤੋਂ ਚੁੱਪ ਕਰਕੇ ਰਹਿਆ, ਹੱਥਾਂ ਦੇ ਉੱਤੇ ਪ੍ਰਸ਼ਾਦਾ ਛਕਿਆ, ਕਹਿੰਦੇ ਮੈਂ ਵਸਤੂਆਂ ਥਾਲਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਛਕਣਾ। ਨਗਨ ਫਿਰਿਓ ਬਨ ਮਾਹੀ, ਤਨ ਦੇ ਉੱਪਰ ਕੋਈ ਕਪੜਾ ਨਾ ਪਹਿਨਿਆ। ਤਟ ਤੀਰਥ ਸਭ ਧਰਤੀ ਭਰਮਿਓ, ਸਾਰੇ ਤੀਰਥਾਂ ਦੇ ਉੱਪਰ ਯਾਤਰਾ ਕੀਤੀ। ਦੁਬਦਾ ਛੁਟਕੇ ਨਾਹੀ, ਕਿ ਤਦੋਂ ਸਾਡੇ ਅੰਦਰ ਦੀ ਦੁਬਦਾ ਮੁੱਕ ਜਾਂਦੀ ਹੈ। ਕਹਿੰਦੇ ਦੁਬਦਾ ਨਹੀਂ ਛੁੱਟਦੀ, ਸਗੋਂ ਹੋਰ ਹੋਰ ਹਉਮੈ ਜਿਹੜੀ ਹੈ ਉਹ ਆਈ ਜਾਂਦੀ ਹੈ। ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਤੇ ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਸਾਨੂੰ ਇਹੀ ਸਮਝਾਉਂਦੇ ਨੇ, ਬੰਦਿਆ ਪਾਠ ਕਰ, ਬਾਣੀ ਪੜ੍ਹ। ਸੋ ਅਸੀਂ ਕੀ ਕੀਤਾ, ਅਸੀਂ ਬਾਣੀ ਪੜ੍ਹੀ। ਪਰ ਜਦੋਂ ਬਾਣੀ ਪੜ੍ਹੀ, ਬਾਣੀ ਪੜ੍ਹਦਿਆਂ ਸਾਰੀ ਮਹਾਰਾਜ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ। ਕਹਿੰਦੇ ਪਾਠ ਵੀ ਕੀਤਾ। ਕਬੀਰ ਸਾਹਿਬ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ, ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ। ਹੁਣ ਅਸੀਂ ਕੀ ਕਰ ਸਕਦੇ ਹਾਂ? ਮਹਾਰਾਜ ਨੇ ਸਾਨੂੰ ਪਹਿਲਾਂ ਪਾਠ ਕਰਨ ਵਾਸਤੇ ਕਹਿ ਦਿੱਤਾ ਵੀ ਪਾਠ ਕਰੋ। ਅਸੀਂ ਪਾਠ ਕੀਤਾ ਔਰ ਉਸ ਤੋਂ ਬਾਅਦ ਨਾਲ ਹੀ ਗੁਰਬਾਣੀ ਦੇ ਵਿੱਚ ਸਾਨੂੰ ਟੋਕ ਦਿੱਤਾ ਕਿ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ। ਪਰ ਟੋਕਿਆ ਕਿਉਂ ਹੈ? ਕਿਉਂ ਸਾਨੂੰ ਆਖਿਆ ਕਿ ਪੜ੍ਹੇ ਸੁਣੇ ਦਾ ਕੋਈ ਫਲ ਨਹੀਂ ਹੈਗਾ? ਇਸ ਕਰਕੇ ਟੋਕਿਆ। ਕਹਿੰਦੇ ਨੇ ਪੜ੍ਹੇ ਸੁਣੇ ਕਿਆ ਹੋਏ ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਅਤੇ ਸੁਣਨ ਦਾ ਕੀ ਫਲ ਮਿਲਿਆ ਜੇ ਉਹਦੀਆਂ ਵਿਚਲੀਆਂ ਗੱਲਾਂ ਵਿਚਲੇ ਗੁਣ ਤੂੰ ਧਾਰਨ ਹੀ ਨਾ ਕੀਤੇ ਤਾਂ? ਇਹੀ ਫਲ ਹੈ ਨਾ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਉਹਦੇ ਵਿਚਲੀਆਂ ਜਿਹੜੀਆਂ ਲਿਖੀਆਂ ਹੋਈਆਂ ਗੱਲਾਂ ਨੇ, ਜੋ ਮਹਾਰਾਜ ਸਾਨੂੰ ਤਿਆਗਣ ਵਾਸਤੇ ਕਹਿੰਦੇ ਨੇ ਉਹ ਤਿਆਗਣੀਆਂ ਪੈਣਗੀਆਂ, ਜੋ ਧਾਰਨ ਕਰਨ ਵਾਸਤੇ ਕਹਿੰਦੇ ਨੇ ਉਹ ਸਾਨੂੰ ਕਬੂਲ ਕਰਨੀਆਂ ਪੈਣਗੀਆਂ, ਜਿਸ ਕਰਕੇ ਸਾਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ, ਗੁਰੂ ਦਾ ਜਸ ਸਾਨੂੰ ਮਿਲ ਸਕਦਾ ਹੈ। ਪੜ੍ਹੇ ਸੁਨੇ ਕਿਉ ਹੋਈ ਜਾਓ ਸਹਿਜ ਨਾ ਮਿਲਿਓ ਸੋਈ। ਕਬੀਰ ਸਾਹਿਬ ਜੀ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਕੀ ਬਾਰ-ਬਾਰ ਸੋਚਦਾ ਪਿਆ ਹੈ? ਤੇ ਜੇ ਤੂੰ ਕਵੇਂ ਕਿ ਮੈਂ ਵਸਤੂ ਲੱਭਣੀ ਹੈ, ਮੈਂ ਪਰਮਾਤਮਾ ਨੂੰ ਲੱਭਣਾ ਹੈ, ਵਾਹਿਗੁਰੂ ਨੂੰ ਲੱਭਣਾ ਹੈ, ਤੇ ਉਹਨਾਂ ਨੇ ਇੱਕੋ ਸਾਨੂੰ ਗੱਲ ਦੱਸੀ ਹੈ, ਕਹਿੰਦੇ ਅੰਧਿਆਰੇ ਦੀਪਕ ਚਾਹੀਏ। ਧਾਰਮਿਕ ਦੁਨੀਆ ਦੇ ਵਿੱਚ ਹਰ ਪਾਸੇ ਹਨੇਰਾ ਹੈ। ਹਨੇਰਾ ਇਸ ਕਰਕੇ ਹੈ ਕਿ ਸਾਨੂੰ ਅਜੇ ਸੁੱਝ ਨਹੀਂ ਰਿਹਾ ਵੀ ਕਿਹੜੇ ਢੰਗ ਨਾਲ ਰੱਬ ਜਿਹੜਾ ਹੈ ਉਹ ਖੁਸ਼ ਹੁੰਦਾ ਹੈ, ਨਹੀਂ ਨਾ ਪਤਾ। ਗੁਰਬਾਣੀ ਕਹਿੰਦੀ ਵੇਖੋ ਸੰਸਾਰ ਭਰ ਦੇ ਵਿੱਚ ਲੋਕ ਪਰਮਾਤਮਾ ਨੂੰ ਗਾ ਰਹੇ ਨੇ, ਸਾਰੇ ਗਾ ਰਹੇ ਨੇ। ਗਾਵਨ ਤੁਧਨੋਂ ਇੰਦਰਾਸਨ ਬੈਠੇ ਦੇਵਤਿਆਂ ਦਾ ਰਣਾਲੇ। ਗੁਰੂ ਨਾਨਕ ਸਾਹਿਬ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਸਹੀ ਤੁਧਨੋਂ ਗਾਵਨ। ਪਤਾ ਨਹੀਂ ਕਿੰਨੇ ਕੁ ਤੈਨੂੰ ਗਾ ਰਹੇ ਨੇ। ਸੇ ਮੈਂ ਚਿੱਤ ਨਾਵਣ, ਮੇਰੇ ਚਿੱਤ ਦੇ ਵਿੱਚ ਨਹੀਂ ਆ ਰਹੇ ਜਿਹੜੇ ਤੈਨੂੰ ਗਾ ਰਹੇ ਨੇ। ਅਜੇ ਹੋਰ ਵੀ ਕਈ ਹੋਣਗੇ ਜਿਹੜੇ ਤੈਨੂੰ ਗਾਉਂਦੇ ਪਏ ਨੇ, ਰਾਗ ਰਤਨ ਪਰਿਵਾਰ ਪਰੀਆਂ ਸਭ ਤੈਨੂੰ ਗਾ ਰਹੇ ਨੇ, ਪਰ ਅਜੇ ਵੀ ਕੁਝ ਮੇਰੇ ਮਹਾਰਾਜ ਮੇਰੇ ਮਨ ਦੇ ਵਿੱਚ ਨਹੀਂ ਆ ਰਹੇ ਜਿਹੜੇ ਤੈਨੂੰ ਗਾ ਰਹੇ ਨੇ। ਭਾਵ ਕਿ ਸਾਰੀ ਸ੍ਰਿਸ਼ਟੀ ਤੈਨੂੰ ਗਾ ਰਹੀ ਹੈ, ਪਰ ਮਹਾਰਾਜ ਜੀ ਕਹਿੰਦੇ ਨੇ ਸਹੀ ਤੁਧਨੋਂ ਗਾਵਣ ਜੋ ਤੁਧ ਪਾਵਣ। ਗਾਉਣ ਨੂੰ ਤਾਂ ਸਾਰਾ ਸੰਸਾਰ ਹੀ ਰੱਬ ਨੂੰ ਗਾਈ ਜਾਂਦਾ ਹੈ, ਪਰ ਰੱਬ ਨੂੰ ਪੁੱਛ ਲਓ ਵੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਹੈ। ਸਹੀ ਤੁਧਨੋਂ ਗਾਵਣ ਜੋ ਤੁਧ ਪਾਵਣ, ਜਿਹੜੇ ਤੈਨੂੰ ਚੰਗੇ ਲੱਗਦੇ ਨੇ, ਜਿਹੜੇ ਤੈਨੂੰ ਚੰਗੇ ਲੱਗੇ ਉਹਨਾਂ ਦਾ ਗਾਉਣਾ, ਉਹਨਾਂ ਦਾ ਗਾਇਆ ਹੋਇਆ ਸਫਲ ਹੈ। ਤੇ ਜੇ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਪੁੱਛੀਏ ਵੀ ਮਹਾਰਾਜ ਸਾਡਾ ਗਾਇਆ ਹੋਇਆ ਸਫਲ ਨਹੀਂ ਹੈਗਾ, ਅਸੀਂ ਵੀ ਤਾਂ ਤੈਨੂੰ ਗਾ ਰਹੇ ਹਾਂ ਨਾ। ਪਰ ਮਹਾਰਾਜ ਕਹਿੰਦੇ ਨੇ ਇੱਕ ਵਾਰੀ ਧਿਆਨ ਮਾਰ ਕੇ ਅੰਦਰ ਨੂੰ ਪੁੱਛ ਲਈ, ਤੂੰ ਹਿਰਦੇ ਤੋਂ ਗਾਇਆ ਸੀ ਜਾਂ ਬਾਹਰੀ ਤੌਰ ਤੇ ਗਲ ਦੇ ਵਿੱਚ ਮਾਲਾ ਲਟਕਾ ਲਈਆਂ?
ਮੱਥੇ ਤੇ ਤਿਲਕ ਲਾ ਲਿਆ ਜਾਂ ਧਾਰਮਿਕ ਚਿੰਨ੍ਹ ਪਹਿਨ ਕੇ ਤੁਰਿਆ ਫਿਰਦਾ ਰਿਹਾ। ਜਿਵੇਂ ਅਸੀਂ ਸਾਰੇ ਕਹਿ ਦਿੰਦੇ ਹਾਂ ਵੀ ਅਸੀਂ ਸਿੱਖ ਹਾਂ, ਕਹਿ ਦਿੰਦੇ ਹਾਂ ਨਾ। ਕੋਈ ਸਾਨੂੰ ਪੁੱਛੇ ਤੇ ਆਪਾਂ ਕੀ ਆਖਾਂਗੇ ਜੀ? ਅਸੀਂ ਸਿੱਖ ਹਾਂ। ਬਿਲਕੁਲ ਸਹੀ ਗੱਲ ਹੈ, ਜਵਾਬ ਤਾਂ ਸਿੱਖ ਹੀ ਦੇਵਾਂਗੇ ਨਾ। ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਏ। ਉਦਮ ਕਰੇ ਭਲਕੇ ਪ੍ਰਤਪਾਤੀ ਇਸ਼ਨਾਨ ਕੈ ਅੰਮ੍ਰਿਤ ਸਰਣਾ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਬੈਠਦਿਆਂ ਉੱਠਦਿਆਂ ਹਰ ਨਾਮ ਨੂੰ, ਰੱਬ ਦੇ ਨਾਮ ਨੂੰ ਤੇ ਆਵੇ। ਸਿੱਖ ਉਹਨੂੰ ਆਖਿਆ ਗਿਆ ਹੈ। ਪਰ ਜੇ ਅਸੀਂ ਆਪਣੇ ਆਪ ਨੂੰ ਸਿੱਖ ਅਖਬਾਰਿਆਂ ਤੇ ਜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈਗੀ, ਫਿਰ ਅਸੀਂ ਸਿੱਖ ਕੇਵਲ ਨਾਮ ਮਾਤਰ ਆ, ਨਾਮ ਮਾਤਰ। ਕਿਉਂਕਿ ਜੋ ਵਡਿਆਈਆਂ ਮਿਲਦੀਆਂ ਨੇ ਉਹ ਜਿੱਤ ਕੇ ਨਹੀਂ, ਉਹ ਹਾਰ ਕੇ ਮਿਲਣਗੀਆਂ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਬਬੇਕਾ। ਚੰਗੀ ਬੁੱਧ ਸਮਤ ਬਖਸ਼ੋ। ਹਾਰ ਕੇ ਜਦੋਂ ਡਿੱਗ ਪਏ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਇੱਕ ਵਪਾਰੀ ਆਇਆ ਜਿਹਦਾ ਨਾਮ ਸੀ, ਇਤਿਹਾਸ ਦੇ ਵਿੱਚ ਦੋ ਨਾਮ ਨੇ, ਸੁਮਨ ਸਾਹ ਤੇ ਸ਼ੋਮਾ ਸਾਹ। ਇਹ ਵਪਾਰ ਕਰਨ ਵਾਸਤੇ, ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਆਇਆ ਤੇ ਗੁਰੂ ਰਾਮਦਾਸ ਜੀ ਦੇ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨੇੜੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ। ਕਹਿਣਾ ਬੜਾ ਸੌਖਾ ਹੁੰਦਾ ਹੈ ਕਿ ਗੁਰੂ ਸਾਡੇ ਤੋਂ ਕੁਝ ਮੰਗੇ, ਅਸੀਂ ਦੇਣ ਲਈ ਤਿਆਰ ਹਾਂ, ਸਾਨੂੰ ਨਾਮ ਦੀ ਦਾਤ ਦੇ ਦੇਵੇ। ਅਸੀਂ ਅੱਜ ਵੀ ਕਹਿੰਦੇ ਹਾਂ ਨਾ, ਜੇ ਸਾਡਾ ਕੋਈ ਘਰ ਦੇ ਵਿੱਚੋਂ ਕੋਈ ਜੀ ਮਰੀਜ਼ ਹਸਪਤਾਲ ਦੇ ਵਿੱਚ ਪਿਆ ਹੋਵੇ ਨਾ, ਉਹਦੀ ਸਾਨੂੰ ਬੜੀ ਜ਼ਰੂਰਤ ਹੋਵੇ, ਸਾਨੂੰ ਪਤਾ ਹੋਵੇ ਵੀ ਉਹਦੇ ਤੋਂ ਬਿਨਾਂ ਸਾਡਾ ਸਰਨਾ ਨਹੀਂ ਹੈ, ਤਾਂ ਅਸੀਂ ਖੁਦ ਡਾਕਟਰ ਨੂੰ ਕਹਿੰਦੇ ਹਾਂ, ਬੇਸ਼ੱਕ ਭਾਵੇਂ ਸਾਡਾ ਘਰ ਮਕਾਨ ਵਿਕ ਜੇ, ਪਰ ਇਹਦੀ ਜਾਨ ਬਚਣੀ ਚਾਹੀਦੀ ਹੈ। ਤੁਸੀਂ ਪੈਸੇ ਦੀ ਪਰਵਾਹ ਨਹੀਂ ਕਰਨੀ। ਅਸੀਂ ਸਭ ਕੁਝ ਦੇਣ ਲਈ ਤਿਆਰ ਹਾਂ, ਧਨ ਪਦਾਰਥ, ਪਰ ਇਸ ਦੀ ਜਾਨ ਬਚ ਜਾਣੀ ਚਾਹੀਦੀ ਹੈ। ਇਹਦੀ ਜਾਨ ਕੀਮਤੀ ਹੈ। ਜਿਨ੍ਹਾਂ ਨੂੰ ਇਹ ਸਮਝ ਲੱਗ ਵੀ ਪਰਮਾਤਮਾ ਦਾ ਨਾਮ ਕੀਮਤੀ, ਉਹਦੇ ਲਈ ਕੋਈ ਵੀ ਕੀਮਤ ਅਸੀਂ ਤਾਰਨ ਨੂੰ ਤਿਆਰ ਹਾਂ, ਤੇ ਉਹ ਫਿਰ ਆਪਣੇ ਤਨ ਦੇ ਠਿਕਰੇ ਨੂੰ ਭੰਨਣ ਲੱਗਿਆ ਵੀ ਨਹੀਂ ਸੋਚਦੇ। ਉਹ ਕਹਿੰਦੇ ਨੇ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਸੌਖਾ ਜਿਹਾ ਗੱਲ ਨਹੀਂ ਹੈਗਾ ਵੀ ਗੱਲਾਂ ਕਰ ਲਈਆਂ ਤੇ ਤੁਰ ਪਏ। ਜਦੋਂ ਸਾਹਮਣੇ ਜਲਾਦ ਆਰਾ ਤਿੱਖਾ ਕਰਦਾ ਹੋਏਗਾ ਤਾਂ ਉਥੋਂ ਭਾਈ ਮਤੀ ਦਾਸ ਜੀ ਵਰਗਾ ਹਿਰਦਾ ਬਣਾਉਣਾ ਸੌਖਾ ਜਿਹਾ ਨਹੀਂ ਹੈਗਾ। ਜਦੋਂ ਸਾਹਮਣੇ ਰੂਹ ਇਕੱਠੀ ਕੀਤੀ ਜਾ ਰਹੀ ਹੋਵੇਗੀ ਤੇ ਭਾਈ ਦਿਆਲਿਆ ਜੀ ਨੂੰ ਆਖਿਆ ਜਾਏਗਾ, ਸਤੀ ਦਾਸ ਜੀ ਨੂੰ ਆਖਿਆ ਜਾਏਗਾ ਵੀ ਵੇਖੋ ਹੁਣ ਇਸੇ ਰੂਹ ਦੇ ਵਿੱਚ ਬੰਨ ਕੇ ਤੁਹਾਨੂੰ ਸਾੜ ਦਿੱਤਾ ਜਾਣਾ ਹੈ। ਤੇ ਜਦੋਂ ਸਾਹਮਣੇ ਦੇਗ ਉਬਾਲੇ ਮਾਰਦੀ ਹੋਵੇ ਤੇ ਭਾਈ ਦਿਆਲਾ ਜੀਆਂ ਨੂੰ ਆਖਿਆ ਜਾਵੇ ਵੀ ਜਿਵੇਂ ਆਲੂ ਉਬਲਦੇ ਵੇਖੇ ਕਦੀ? ਕਹਿੰਦੇ ਆਲੂ ਵਾਂਗੂ ਉਬਾਲ ਦਾਂਗੇ। ਫਿਰ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਹੁੰਦਾ ਹੈ। ਸੋ ਬਾਣੀ ਪੜ੍ਹਨੀ, ਸੇਵਾ ਕਰਨੀ, ਨਿਮਰਤਾ ਰੱਖਣੀ, ਨੀਵੇਂ ਹੋ ਕੇ ਚੱਲਣਾ, ਸਭ ਨੂੰ ਉੱਚਾ ਮੰਨਣਾ, ਆਪਣੇ ਆਪ ਨੂੰ ਸਭਨਾਂ ਦੀ ਚਰਨ ਧੂੜ ਮੰਨ ਕੇ ਚੱਲਣਾ, ਇਹ ਗੱਲਾਂ ਸੌਖੀਆਂ ਨਹੀਂ ਹੈਗੀਆਂ, ਬੜਾ ਔਖਾ ਕੰਮ ਹੈ। ਸੋ ਸਤਿਗੁਰੂ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੇ ਸ਼ੋਮਾ ਸ਼ਾਹ ਜਿਹੜਾ ਸੀਗਾ, ਇਹਨੇ ਗੁਜ਼ਾਰਾ ਕਰਨਾ। ਕਹਿੰਦੇ ਨੇ ਪਹਿਲੇ ਦਿਨ ਕੁਝ 1 ਟੱਕੇ ਦੀ ਵਟਕ ਹੋਈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਕਰ ਦਿੱਤਾ ਅੱਗੇ, ਕਹਿੰਦੇ ਕੀ ਕਮਾਇਆ ਅੱਜ? ਕਹਿੰਦੇ ਜੀ 1 ਟਕਾ ਕਮਾਇਆ। ਤੇ ਮਹਾਰਾਜ ਨੇ ਕਿਹਾ ਹੱਥ ਅੱਗੇ ਕਰਕੇ, ਕਹਿੰਦੇ ਸਾਨੂੰ ਦੇ ਦਿਓ। ਦੂਜੇ ਦਿਨ ਕਮਾਈ ਕੀਤੀ, ਮਹਾਰਾਜ ਨੇ ਫਿਰ ਕਿਹਾ, ਕਹਿੰਦੇ ਸਾਨੂੰ ਦੇ ਦਿਓ। 3 ਦਿਨ ਤੱਕ, ਕਹਿੰਦੇ ਕਈ ਦਿਨ ਤੱਕ ਇਸ ਤਰ੍ਹਾਂ ਚੱਲਦਾ ਰਿਹਾ, ਪਰ ਉਹਨੇ ਇੱਕ ਵਾਰੀ ਵੀ ਨਹੀਂ ਆਖਿਆ ਵੀ ਉਹਨੇ ਕੁ ਤਾਂ ਮੈਂ ਕਮਾਏ ਆ, ਉਹ ਵੀ ਮੈਂ ਤੁਹਾਨੂੰ ਦੇ ਦੇਵਾਂ ਤੇ ਮੇਰੇ ਕੋਲ ਕੀ ਰਹਿ ਜਾਏਗਾ। ਪਰ ਕਹਿੰਦੇ ਬਖਸ਼ਿਸ਼ਾਂ ਲੈਣ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਦਿਆ ਲਿਆ ਹੈ ਮੋਲ।
मैं सोने नाल तोल के रब नहीं लभा, मन अपना गुरु नूं भेंट कर दिता है, अपना मन गुरु नूं भेंट कीता है। ये मन दे के मैं परमात्मा नूं लभ लिया है, नाम प्राप्त किया है, रब जियां नूं लभा है। कंचन स्यों पाई, सोने दे नाल तोल के नहीं मैं आख्या, क्योंकि गुरबाणी दा एक शब्द है, कहंदे ने रब नूं किसी ने बन के नहीं रखिया होया। ठीक है, भगतां दे वस दे विच है, भगतां दे हिरदे दे विच वसदा है, पर कोई ये नहीं कह सकदा भी साडे बापू ने नाम जपिया सी, उहदे हिरदे दे विच परमात्मा वसदा सीगा ते हुण परमात्मा साडा हो गया। ये तां शरधा दी गल है। जिन्हां ने शरधा दे नाल पालिया, शरधा दे नाल जपिया, भावना दे नाल जपिया, ਉਹ ਭਾਵੇਂ ਅਮੀਰ ਸੀ, ਭਾਵੇਂ ਗਰੀਬ ਸੀਗਾ, ਭਾਵੇਂ ਰਾਜਾ ਸੀ ਤੇ ਭਾਵੇਂ ਭਿਖਾਰੀ, ਜਿਨ੍ਹਾਂ ਨੇ ਵੀ ਜਪਿਆ ਉਹਨਾਂ ਨੂੰ ਪ੍ਰਮਾਤਮਾ ਲੱਭ ਗਿਆ ਪ੍ਰਮਾਤਮਾ। ਇੱਥੋਂ ਤੱਕ ਕਿ ਜਿਨ੍ਹਾਂ ਨੇ ਮਾੜੀ ਬਿਰਤੀ ਕਰਕੇ, ਭੈੜੀ ਬਿਰਤੀ ਕਰਕੇ ਕੁਝ ਕਾਰਜ ਆਰੰਭ ਕੀਤੇ ਸੀ, ਪਰ ਜਦੋਂ ਪ੍ਰਮਾਤਮਾ ਨੂੰ ਸਿਮਰਿਆ ਤੇ ਕਹਿੰਦੇ ਉਦੋਂ ਪ੍ਰਮਾਤਮਾ ਉਹਨਾਂ ਦੀ ਹੈਲਪ ਕੀਤੀ, ਪ੍ਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ, ਨਿਰਪ ਕੰਨਿਆ ਕੇ ਕਾਰਨੇ ਇੱਕ ਭਿਆ ਭੇਕ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਇੱਕ ਕੰਨਿਆ ਸੀ ਮਹਾਰਾਜੇ ਦੀ, ਉਹ ਕਹਿੰਦੀ ਸੀ ਮੈਂ ਵਿਸ਼ਨੂੰ ਨਾਲ ਵਿਆਹ ਕਰਵਾਉਣਾ ਹੈ, ਤੇ ਕਹਿੰਦੇ ਇੱਕ ਬੰਦਾ ਐਵੇਂ ਹੀ ਭੇਖ ਜਿਹਾ ਬਣਾ ਕੇ, ਸਾਧੂ ਵਾਲਾ ਭੇਖ ਬਣਾ ਕੇ ਤੇ ਚਲਾ ਗਿਆ। ਤੇ ਇੰਨੇ ਚਿਰ ਨੂੰ ਕਹਿੰਦੇ ਥੋੜੇ ਦਿਨ ਹੋਏ ਉਹਦਾ ਵਿਆਹ ਹੋ ਗਿਆ। ਥੋੜੇ ਦਿਨ ਹੋਏ ਤੇ ਰਾਜੇ ਜਿਸ ਦੀ ਬੇਟੀ ਸੀ ਉਹਦੇ ਉੱਪਰ ਫੌਜ ਨੇ ਆਣ ਕੇ ਹਮਲਾ ਕਰ ਦਿੱਤਾ। ਤੇ ਲੋਕ ਜਿਹੜੇ ਆਲੇ ਦੁਆਲੇ ਦੇ ਸੀ ਉਹ ਕਹਿਣ ਲੱਗੇ ਵੀ ਇਹਨੂੰ ਡਰਨ ਦੀ ਕੀ ਲੋੜ ਹੈ, ਇਹਦਾ ਤਾਂ ਜਿਹੜਾ ਜਵਾਈ ਉਹ ਤਾਂ ਵਿਸ਼ਨੂੰ ਹੈ, ਇਹਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹਦੇ ਆਪਣੇ ਜਵਾਈ ਨੂੰ ਜਾ ਕੇ ਆਖੇ ਵੀ ਮੇਰੀ ਮਦਦ ਕਰੋ, ਕਿਉਂਕਿ ਉਹ ਤਾਂ ਖੁਦ ਭਗਵਾਨ ਹੈ। ਜਦੋਂ ਉਹਨੂੰ ਪਤਾ ਲੱਗਾ, ਕਿਉਂਕਿ ਉਹ ਭੇਖੀ ਸੀਗਾ, ਉਹ ਤਾਂ ਭੇਖ ਧਾਰਨ ਸੱਚੀ ਵਿਸ਼ਨੂੰ ਥੋੜੀ ਸੀ, ਉਹ ਤਾਂ ਭੇਖ ਧਾਰਨ ਕਰਕੇ ਆਇਆ ਸੀ। ਕਹਿੰਦੇ ਫਿਰ ਉੱਥੇ ਇਹਨੇ ਅਰਦਾਸ ਕੀਤੀ। ਹੁਣ ਇਹ ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਦਾ ਇਹ ਸ਼ਬਦ ਹੈ ਤੇ ਗੁਰਬਾਣੀ ਸੱਚੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਨੇ ਖੁਦ ਇਹ ਮੰਨਿਆ ਕਿ ਤੁਰਕੀ ਬਾਣੀ ਇਹ ਅਸਮਾਨ ਦੇ ਵਿੱਚੋਂ, ਆਕਾਸ਼ ਦੇ ਵਿੱਚੋਂ ਆਈ ਹੋਈ ਬਾਣੀ ਹੈ, ਤੇ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਬਾਣੀ ਝੂਠੀ ਨਹੀਂ ਹੈਗੀ। ਉਸ ਸਮੇਂ ਉਸਨੇ ਅਰਦਾਸ ਕੀਤੀ ਤੇ ਕਹਿੰਦੇ ਫਿਰ ਉਸ ਸਮੇਂ ਉਹਦੀ ਪੈਜ, ਉਹਦੀ ਇੱਜ਼ਤ ਮਹਾਰਾਜ ਨੇ ਰੱਖੀ ਹੈ। ਹੁਣ ਕਿਸ ਕੰਮ ਵਾਸਤੇ ਆਇਆ ਸੀ, ਕਿਹੜਾ ਭੇਖ ਬਣਾਇਆ ਸੀ, ਪਰ ਕਹਿੰਦੇ ਨੇ ਉਹਨੇ ਅਰਦਾਸ ਕੀਤੀ, ਉਹਦੀ ਪੈਜ ਰੱਖੀ ਮਹਾਰਾਜ ਨੇ। ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਉਸ ਦੀ ਪੈਜ ਰੱਖੀ ਲਈ ਮਹਾਰਾਜ ਨੇ। ਅਕਾਲ ਪੁਰਖ ਪ੍ਰਮਾਤਮਾ ਨੇ ਉਹਦੀ ਇੱਜ਼ਤ ਰੱਖੀ, ਪੈਜ ਰੱਖੀ। ਸੋ ਇਸੇ ਤਰੀਕੇ ਦੇ ਨਾਲ ਜਦੋਂ ਕਈ ਦਿਨ ਹੋਏ ਤੇ ਸੁਮਨ ਸਾਹ ਜਿਹੜਾ ਹੈ ਉਹ ਪੰਜਵੇਂ ਦਿਨ, ਜਦੋਂ ਚੌਥੇ ਪੰਜਵੇਂ ਦਿਨ ਫਿਰ ਆਇਆ, ਭਟਕ ਥੋੜੀ ਜ਼ਿਆਦੀ ਹੋਈ ਤੇ ਮਹਾਰਾਜ ਨੇ ਅੱਗੇ ਹੱਥ ਕੀਤਾ। ਕਹਿੰਦੇ ਕੀ ਕਮਾਇਆ? ਕਹਿੰਦੇ ਮਹਾਰਾਜ ਇੰਨੇ ਕੁ ਧਨ ਰਾਸ਼ੀ ਜਿਹੜੀ ਹੈਗੀ ਮਿਲੀ ਅੱਜ। ਕਹਿੰਦੇ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਸਾਨੂੰ ਦੇ ਦਿਓ। ਫੜਾ ਦਿੱਤੀ ਸਾਰੀ, ਮਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਗਿਲਾ ਨਾ ਕੀਤਾ। ਜਦੋਂ ਅਗਲੇ ਦਿਨ ਆਇਆ, ਮਹਾਰਾਜ ਨੇ ਜਿਹੜੀ ਕੀਮਤ ਰੋਜ਼ ਉਹਨਾਂ ਤੋਂ ਮੰਗ ਕੇ ਪ੍ਰਾਪਤ ਕੀਤੀ ਸੀ ਉਹ ਵਾਪਸ ਕੀਤੀ, ਉਹਦੀ ਤਲੀ ਦੇ ਉੱਪਰ ਰੱਖੀ ਤੇ ਨਾਲ ਇੱਕ ਬਖਸ਼ਿਸ਼ ਕੀਤੀ। ਇੱਕ ਬਖਸ਼ਿਸ਼ ਕੀਤੀ, ਸੋਮਨ ਸ਼ਾਹ ਵੇਪਰਵਾ ਗੁਰੂ ਕਾ ਸ਼ਾਹ। ਕਿ ਜਿਹੜਾ ਸੋਮਨ ਸ਼ਾਹ ਹੈ ਉਹ ਬੜਾ ਵੇਪਰਵਾਹ ਹੈ। ਵੇਪਰਵਾਹ ਕੀ ਹੈ? ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹਨੇ ਕੋਨੇ ਪੈਸੇ ਕਮਾਏ, ਉਹ ਵੀ ਗੁਰੂ ਰਾਮਦਾਸ ਜੀ ਨੇ ਮੰਗ ਲਏ, ਰੋਜ਼ਾਨਾ ਮੰਗਦੇ ਰਹੇ ਤੇ ਉਹ ਚੁੱਪ ਕਰਕੇ ਮਹਾਰਾਜ ਦੀ ਤਲੀ ਦੇ ਉੱਤੇ ਰੱਖ ਦਿੰਦਾ ਰਿਹਾ। ਤੇ ਜਿੱਦਣ ਬਖਸ਼ਿਸ਼ ਹੋਈ ਉਦਨ ਗੁਰੂ ਕਾ ਸ਼ਾਹ ਬਣਿਆ, ਉਹ ਗੁਰੂ ਕਾ ਸ਼ਾਹ ਬਣ ਗਿਆ। ਵਿਧੀ ਚੰਦ ਇਹ ਪਹਿਲਾਂ ਚੋਰੀ ਕਰਦਾ ਹੁੰਦਾ ਸੀ, ਪਰ ਇੱਕ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ। ਇੰਨਾ ਜ਼ਿਆਦਾ ਭਰੋਸਾ ਵੱਜ ਗਿਆ ਕਿ ਬਲ ਦੇ ਭੱਠੇ ਦੇ ਵਿੱਚ ਵੀ ਬਹਿ ਜਾਂਦਾ ਤੇ ਕਹਿੰਦਾ ਗੁਰੂ ਮੇਰਾ ਸਮਰੱਥ ਹੈ, ਉਹਨੇ ਬਚਾ ਹੀ ਲੈਣਾ ਮੈਨੂੰ।
ਬਲਦੇ ਹੋਏ ਪੱਠੇ ਦੇ ਵਿੱਚ ਬਹਿ ਜਾਂਦਾ ਹੈ। ਫੌਜ ਪਿੱਛੇ ਆ ਜਾਂਦੀ ਤੇ ਬਲ ਦੇ ਪੱਠੇ ਦੇ ਵਿੱਚ ਬਹਿ ਕੇ ਵੀ ਗੁਰੂ ਗੁਰੂ ਚੇਤੇ ਕਰਦਾ ਹੈ ਤੇ ਉਹ ਪੱਠਾ ਠੰਡਾ ਹੋ ਜਾਂਦਾ ਹੈ, ਪਰ ਸੇਕ ਨਹੀਂ ਲੱਗਦਾ ਇਹਨੂੰ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕੀ ਕਹਿੰਦੇ ਨੇ? ਕਹਿੰਦੇ ਨੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਗੁਰੂ ਦਾ ਹਿਰਦਾ ਹੈ। ਅਸੀਂ ਚਰਨ ਧੂੜ ਮੰਗਦੇ ਆ ਗੁਰੂ ਦੀ, ਤੇ ਵਿਧੀ ਚੰਦ ਵਰਗਿਆਂ ਨੇ ਗੁਰੂ ਦੇ ਸੀਨੇ ਦੇ ਵਿੱਚ ਜਗ੍ਹਾ ਬਣਾ ਲਈ। ਆਪਾਂ ਚਰਨਾਂ 'ਚ ਜਗ੍ਹਾ ਬਣਾਉਣ ਜੋਗੇ ਨਹੀਂ ਹੈਗੇ। ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੋ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਤੇਰਾ ਵੀ ਦੁੱਖ ਕਲੇਸ਼, ਤੇਰੀ ਦਰਿਦਰ ਅਪਵਿੱਤਰਤਾ ਸਭ ਨਾਸ ਹੋ ਸਕਦੀ ਹੈ, ਪਰ ਤੂੰ ਚਰਨ ਧੂੜ ਬਣ। ਮਹਾਰਾਜ ਜੀ ਦੇ ਚਰਨ ਧੂੜ ਜਦੋਂ ਬਣੇਗਾ ਨਾ, ਇਹ ਤੇਰੇ ਮਨ ਨਿਰਮਲ ਹੋ ਜਾਏਗਾ ਤੇ ਮੁਖ ਉਜਲਾ ਹੋ ਜਾਏਗਾ, ਜਿਸ ਨੂੰ ਗੁਰਬਾਣੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ। ਤੇ ਦਾ ਅਰਥ ਹੁੰਦਾ ਉਹ ਮੁਖ ਉਜਲੇ ਹੋ ਗਏ। ਕੀਤੀ ਛੁੱਟੀ ਨਾਲ ਉਹ ਸੰਸਾਰ ਦੇ ਵਿੱਚੋਂ ਪਵਿੱਤਰ ਹੋ ਕੇ ਗਏ, ਵਿਕਾਰਾਂ ਦੇ ਵੱਲੋਂ ਬਚ ਗਏ। ਤੇ ਮਹਾਰਾਜ ਜੀ ਕਹਿੰਦੇ ਨੇ ਪਾਠ ਵੀ ਕੀਤਾ, ਤੂੰ ਸਾਰਾ ਕੁਝ ਕਰਦਾ ਹੈ। ਪਿਆਰੇ ਇਨ ਬਿਦ ਮਿਲਣਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਬੇਕਾ। ਸਾਰਾ ਕੁਝ ਬੰਦੇ ਨੇ ਕੀਤਾ, ਪਰ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਕਹਿੰਦੇ ਵੇਖੋ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਬੰਦਿਆ, ਜੇ ਤੂੰ ਕਵੇਂ ਕਿ ਮੈਂ ਕੁਝ ਵੀ ਕਰਨ ਦੇ ਸਮਰੱਥ ਹੈਗਾ, ਪਰ ਪੁੱਛ ਕੇ ਵੇਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਉਹ ਕੀ ਕਹਿੰਦੇ ਨੇ? ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਵਨ ਅਪਿਆਉ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌ ਨਾ ਥਾਉ, ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵਡ ਆਖਾਂ ਨਾਉ। ਕਰੋੜਾਂ ਸਾਲ ਮੇਰੀ ਆਰਜਾ ਹੋਵੇ, ਕੁਛ ਖਾਵਾਂ ਨਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਵਨ ਅਪਿਆਉ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਇੱਕ ਗੁਫਾ ਦੇ ਵਿੱਚ ਬੈਠ ਜਾਵਾਂ, ਚੰਦਰਮਾ ਤੇ ਸੂਰਜ ਦੀ ਜਿੱਥੋਂ ਤੱਕ ਰੋਸ਼ਨੀ ਨਾ ਪਹੁੰਚਦੀ ਹੋਵੇ। ਸੁਪਨੇ ਸੌ ਨਾ ਥਾਉ, ਕਹਿੰਦੇ ਮੈਂ ਸੁਪਨਾ ਵੀ ਨਾ ਲਵਾਂ ਕਿ ਮੈਂ ਸੌਵਾਂਗਾ। ਹੁਣ ਸੁਪਨਾ ਤੋਂ ਭਾਵ ਕਿ ਮੈਂ ਮਨ ਦੇ ਵਿੱਚ ਚਿਤ ਬਣਾਵਾਂ, ਹਰ ਵਕਤ ਜਾਗ ਕੇ ਰਹਾਂ, ਜਾਗਦਾ ਰਵਾਂ ਤੇ ਸੁਚੇਤ ਹੋ ਕੇ ਪ੍ਰਮਾਤਮਾ ਜੀ ਦੇ ਨਾਮ ਨੂੰ ਚੇਤੇ ਕਰਦਾ ਰਵਾਂ। ਭੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾ ਨਾਉ। ਇਹ ਰੱਬ ਜੀ ਤਦੋਂ ਵੀ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਇੰਨਾ ਮਹਿੰਗਾ ਨਾਮ ਹੈ, ਇੰਨਾ ਕੀਮਤੀ ਨਾਮ ਹੈ, ਜਿਸ ਨਾਮ ਨੂੰ ਅਸੀਂ ਹੌਲੇ ਜੇ ਕਰਕੇ ਕਹਿੰਦੇ ਆ ਕਿ ਰੱਬ ਜੀ ਸਾਨੂੰ ਨਾਮ ਮਿਲ ਜਾਵੇ, ਸਾਨੂੰ ਪ੍ਰਾਪਤ ਹੋ ਜਾਵੇ, ਸਾਡੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਟਿਕ ਜਾਵੇ। ਤੇ ਬਾਅਦ ਵਿੱਚ ਇਹੀ ਗੱਲ ਕਹਿੰਦੇ ਨੇ, ਕਹਿੰਦੇ ਨੇ ਵੇਖੋ ਮਹਾਰਾਜ ਜੀ, ਜੇ ਮੈਂ ਆਪਣੇ ਤਨ ਨੂੰ ਪੀਸ ਦਵਾਂ, ਜਿਵੇਂ ਆਟਾ ਪੀਸਿਆ ਜਾਂਦਾ ਜਾਂ ਮਿਰਚਾਂ ਪੀਸੀਆਂ ਜਾਂਦੀਆਂ ਨੇ, ਮੈਨੂੰ ਪੀਸ ਦਵਾਂ, ਬਿਲਕੁਲ ਪੀਸ ਦਵਾਂ, ਤਦੋਂ ਵੀ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਇਸ ਕਰਕੇ ਰੱਬ ਦਾ ਜਿਹੜਾ ਨਾਮ ਹੈ ਉਸ ਨੂੰ ਸੱਚਮੁੱਚ ਹੀ ਸਾਨੂੰ ਹਿਰਦੇ ਦੇ ਵਿੱਚੋਂ ਜਪਣਾ ਪਵੇਗਾ, ਤੇ ਉਹਦੇ ਲਈ ਅਭਿਆਸ ਦੀ ਜ਼ਰੂਰਤ ਹੈ। ਉਸ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਵੇਗਾ, ਸਾਧ ਸੰਗਤ ਦੇ ਵਿੱਚ ਆਉਣਾ ਪਵੇਗਾ। ਸਾਧ ਸੰਗਤ ਚਰਨ ਧੂੜ ਬਣਨਾ ਕੋਈ ਸੌਖੀ ਜੀ ਗੱਲ ਨਹੀਂ ਹੈਗਾ, ਕਿ ਜਿਵੇਂ ਗੁਰਬਾਣੀ ਕਹਿੰਦੀ ਨਾ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸਾਨੂੰ ਸਾਰਿਆਂ ਦੇ ਨਾਲ ਇੱਕੋ ਜੀ ਬਣ ਆਉਂਦੀ ਹੈ, ਸਾਰਿਆਂ ਦੇ ਨਾਲ ਇੱਕੋ ਜੀ ਬਣ ਆਉਂਦੀ ਹੈ। ਭਾਈ ਕਨ੍ਹਈਆ ਜੀ, ਜਿਨ੍ਹਾਂ ਨੂੰ ਆਪਾਂ ਚੇਤੇ ਕਰਦੇ ਹਾਂ ਵੀ ਉਹਨਾਂ ਨੇ ਵੈਰੀ ਨੂੰ ਵੀ ਪਾਣੀ ਪਿਲਾਇਆ ਸੀ, ਬਹੁਤ ਵੱਡੇ ਘਰ ਦੇ ਵਿੱਚੋਂ ਹਨ। ਇਹਨੇ ਵੀ ਗਰੀਬ ਘਰ ਦੇ ਵਿੱਚੋਂ, ਚੰਗਾ ਖਾਨਦਾਨ ਸੀ। ਤੇ ਜਦੋਂ ਬਚਪਨ ਸੀ ਨਾ, ਤਿਆਰੀ ਕਿੰਨੀ ਕੁ ਸੀਗੀ, ਬਚਪਨ ਤੋਂ ਤਿਆਰੀ ਕਰਨੀ ਆਰੰਭ ਕਰ ਦਿੱਤੀ ਸੀ। ਕੋਈ ਗਰੀਬ ਜਾਂ ਬਜ਼ੁਰਗ ਜਦੋਂ ਕਿਤੇ ਕੋਈ ਰਿਕਸ਼ੇ ਵਾਲਾ ਜਾਂ ਕੋਈ ਮੰਨ ਕੇ ਚੱਲੋ ਵੀ ਕੋਈ ਵੀ ਗਰੀਬ ਬਜ਼ੁਰਗ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਬੰਦਾ ਉਹਨਾਂ ਨੂੰ ਦਿਸ ਜਾਂਦਾ ਸੀ ਨਾ, ਮਜ਼ਦੂਰ, ਤੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਭਾਰਾ ਕੰਮ ਹੈ, ਤੇ ਜਦੋਂ ਵੇਖ ਲੈਂਦੇ ਸਨ ਉਸ ਕੰਮ ਨੂੰ ਆਪ ਕਰਨ ਲੱਗ ਪੈਂਦੇ ਸਨ ਕਿ ਮੈਂ ਤੇਰੀ ਮਦਦ ਕਰਦਾ। ਹੁਣ ਜਿਹੜਾ ਅਮੀਰ ਘਰ ਦਾ ਬੱਚਾ ਹੈ ਉਹ ਮਜ਼ਦੂਰੀ ਕਰਨ ਲੱਗੇ ਤੇ ਲੋਕ ਉਹਨੂੰ ਬੋਲਦੇ ਨਾ ਹੋਣਗੇ, ਬੋਲਦੇ ਵੀ ਹੋਣਗੇ, ਤੰਨ ਵੀ ਮਾਰਦੇ ਹੋਣਗੇ। ਇਵੇਂ ਉਸ ਬੱਚੇ ਨੂੰ ਵੀ ਕਹਿੰਦੇ ਸਨ ਕਿ ਤੇਰੇ ਮਾਪਿਆਂ ਦੇ ਸਾਰਾ ਕੁਝ ਤੇਰੇ ਕੋਲ ਦਿੱਤਾ ਹੈ, ਸਭ ਕੁਝ ਤੈਨੂੰ ਮਿਲਿਆ ਹੈ, ਫਿਰ ਤੂੰ ਇਹ ਕੰਮ ਕਿਉਂ ਕਰਦਾ ਪਿਆ ਹੈ?
ਪਰ ਜਿਸ ਦਿਨ ਬਖਸ਼ਿਸ਼ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮਸ਼ਕ ਚੁੱਕ ਕੇ ਉਹਦੇ ਵਿੱਚ ਪਾਣੀ ਭਰ ਕੇ ਤੇ ਬੈਰੀ ਨੂੰ ਵੀ ਪਾਣੀ ਪਿਆ ਰਿਹਾ ਹੈ, ਕਿਉਂਕਿ ਉਹਦੇ ਬਚਪਨ ਤੋਂ ਲੈ ਕੇ ਤਿਆਰੀ ਸੀਗੀ। ਸੱਚਮੁੱਚ ਉਹਨੇ ਤਿਆਰੀ ਕੀਤੀ ਸੀ ਕੁਛ ਖੋਜਣ ਵਾਸਤੇ, ਲੱਭਣ ਵਾਸਤੇ। ਜਦੋਂ ਤਿਆਰੀ ਹੋਵੇ ਤੇ ਮਹਾਰਾਜ ਤਾਂ ਹੀ ਕਹਿੰਦੇ ਨੇ, ਕਹਿੰਦੇ ਬੰਦਿਆ ਵੇਖ, ਅਸਲ ਦੇ ਵਿੱਚ ਸਿਆਣੇ ਅਸੀਂ ਸੰਸਾਰ ਦੇ ਵਿੱਚ ਸਾਰੇ ਆ। ਮਹਾਰਾਜ ਕਹਿੰਦੇ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਉਹੀ ਸਿਆਣਾ ਹੈ, ਉਹੀ ਚਤੁਰ ਹੈ ਤੇ ਉਹੀ ਸੂਝਵਾਨ ਹੈ ਜਿਸ ਬੰਦੇ ਨੇ ਆਪਣੇ ਅੰਦਰ ਦੀ ਹੰਕਾਰ ਤਿਆਗ ਦਿੱਤਾ, ਖਤਮ ਕਰ ਦਿੱਤਾ। ਜਿਸ ਬੰਦੇ ਦੇ ਅੰਦਰ ਹੰਕਾਰ ਨਹੀਂ ਹੈਗਾ ਨਾ, ਉਹ ਬੰਦਾ ਸਿਆਣਾ ਹੈ, ਸੂਝਵਾਨ ਹੈ ਤੇ ਬਹੁਤ ਸੁਚੇਤ ਚੱਲਣ ਵਾਲਾ ਹੈ। ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਜਿਸ ਬੰਦੇ ਨੇ ਆਪਣੇ ਅੰਦਰ ਦਾ ਅਭਿਮਾਨ ਖਤਮ ਕਰ ਦਿੱਤਾ। ਅਭਿਮਾਨ ਹਰੇਕ ਬੰਦੇ ਨੂੰ ਹੁੰਦਾ ਹੈ, ਔਰ ਹੁੰਦਾ ਵੀ ਇਹੋ ਜਿਹਾ ਹੈ ਕਿ ਤਨ ਦੇ ਉੱਪਰ ਥੋੜਾ ਜਿਹਾ ਕੱਪੜਾ ਮਹਿੰਗਾ ਪਾ ਲੈਣਾ ਤੇ ਤਾਂ ਵੀ ਹੋ ਜਾਂਦਾ ਹੈ। ਅਭਿਮਾਨ ਇੱਕ ਇਹੋ ਜਿਹੀ ਚੀਜ਼ ਹੈ ਕਿ ਕੱਪੜੇ ਨਾਲ ਵੀ ਆ ਜਾਂਦਾ ਹੈ ਅਭਿਮਾਨ। ਇਹ ਤਨ ਦੇ ਉੱਪਰ ਭਾਵੇਂ ਕਿ ਤਨ ਤੇ ਕੱਪੜਾ ਢੱਕਣ ਵਾਸਤੇ, ਤਨ ਨੂੰ ਢੱਕਣ ਵਾਸਤੇ ਪਾਇਆ ਨਾ, ਇਹਦੇ ਵਿੱਚ ਕੋਈ ਵੱਖਰੀ ਛਾਇ ਤਾਂ ਨਹੀਂ ਹੈਗੀ। ਭਾਵੇਂ ਹੀਰੇ ਮੋਤੀ ਦਾ ਪਾ ਲਓ ਕੱਪੜਾ, ਚਾਹੇ ਜਿੱਦਾਂ ਦਾ ਮਰਜ਼ੀ ਪਾ ਲਓ, ਪਰ ਉਹ ਤਨ ਨੂੰ ਢੱਕਣ ਵਾਸਤੇ ਹੈ, ਤਨ ਨੂੰ ਢੱਕਣ ਵਾਸਤੇ। ਮਹਾਰਾਜ ਜੀ ਤਾਂ ਹੀ ਕਹਿੰਦੇ ਨੇ ਜਿਵੇਂ ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਬੰਦੇ ਨੇ ਹਰੀ ਰਸ ਦੇ ਰੱਬ ਦੇ ਨਾਮ ਨੂੰ ਸਵਾਦ ਨਹੀਂ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ, ਕਿਉਂਕਿ ਉਹਦੇ ਹਿਰਦੇ ਦੇ ਵਿੱਚ ਹਉਮੈ ਦਾ ਕੰਡਾ ਚੁਭ ਗਿਆ, ਸੂਲ ਚੁਭ ਗਈ। ਹੁਣ ਪੈਰ ਦੇ ਵਿੱਚ ਵੱਜਾ ਹੋਵੇ, ਕੋਈ ਕੰਡਾ ਵੱਜਾ ਹੋਵੇ, ਮੰਨ ਕੇ ਚੱਲੋ ਕੋਈ ਕੇਲੀ ਲੱਗ ਗਿਆ ਤੇ ਬੰਦਾ ਮਖਮਲੀ ਜੁੱਤੀ ਪਾ ਲਵੇ, ਸੋਨੇ ਚਾਂਦੀ ਦੀ ਜੁੱਤੀ ਪਾ ਲਵੇ, ਹੀਰੇ ਮੋਤੀਆਂ ਦੀਆਂ ਜੁੱਤੀਆਂ ਘੜ ਕੇ ਪਾ ਲਵੇ, ਪਰ ਜਿੰਨਾ ਚਿਰ ਉਹ ਸੂਲ ਕੱਢੀ ਨਹੀਂ ਜਾਏਗੀ, ਉਹ ਕਿੱਲ ਵਿੱਚੋਂ ਨਿਕਲ ਨਹੀਂ ਜਾਏਗਾ, ਉਹਨਾਂ ਚਿਰ ਸਾਨੂੰ ਆਰਾਮ ਨਹੀਂ ਮਿਲੇਗਾ, ਭਾਵੇਂ ਕਿੰਨੀ ਮਖਮਲੀ ਜੁੱਤੀ ਪਾ ਲਈਏ। ਸੋ ਇਵੇਂ ਮਹਾਰਾਜ ਸਾਨੂੰ ਕਹਿੰਦੇ ਨੇ ਹਿਰਦੇ ਦੇ ਵਿੱਚ ਤਾਂ ਹਉਮੈ ਦਾ ਕੰਡਾ ਵੱਜਾ ਹੋਇਆ ਹੈ, ਹਿਰਦੇ ਦੇ ਵਿੱਚ ਅਭਿਮਾਨ ਦਾ ਕੰਡਾ ਵੱਜਾ ਹੋਇਆ ਹੈ। ਤਾਂ ਕਰਕੇ ਕਹਿੰਦੇ ਜਿਉਂ-ਜਿਉਂ ਚੱਲੇ ਚੁਭੇ। ਜਿਵੇਂ ਜਿਵੇਂ ਬੰਦਾ ਚੱਲਦਾ ਹੈ ਤੇ ਚੁੱਭ ਵੱਜਦੀ ਹੈ, ਚੁਭਦਾ ਹੈ। ਦੁੱਖ ਪਾਵੇਂ ਬੰਦਾ ਦੁਖੀ ਹੁੰਦਾ ਹੈ। ਬੰਦਾ ਤਿੰਨ ਅੰਤਰ ਹਉਮੈ ਕੰਡਾ, ਕਿਉਂਕਿ ਅੰਦਰ ਹਉਮੈ ਦਾ ਕੰਡਾ, ਅੰਦਰ ਹਉਮੈ ਦੀ ਹਿਰਦੇ ਦੀ ਸੂਲ ਵੱਜੀ ਹੋਈ ਹਿਰਦੇ ਦੇ ਵਿੱਚ। ਸੋ ਇਸ ਕਰਕੇ ਕਾਹਦਾ ਸਿਆਣਾ ਤੂੰ ਜੇ ਤੇਰੇ ਅੰਦਰ ਹਉਮੈ ਹੈ, ਹੰਕਾਰ ਹੈ, ਅਭਿਮਾਨ ਭਰਿਆ ਪਿਆ, ਕਦੀ ਕਿਸੇ ਨਾਲ ਭਲਾ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਤਾਂ ਰੋਗੀਆਂ ਕੋੜੀਆਂ ਨੂੰ ਵੀ ਗੱਲ ਲਾ ਲੈਂਦੇ ਨੇ ਤੇ ਤੇਰੀ ਤਾਂ ਆਮ ਬੰਦਿਆਂ ਤੋਂ ਨਫ਼ਰਤ ਹੋਈ ਜਾਂਦੀ ਹੈ, ਆਮ ਇਨਸਾਨ ਤੋਂ ਨਫ਼ਰਤ ਹੋ ਰਹੀ ਹੈ। ਇਸ ਕਰਕੇ ਪਹਿਲਾਂ ਅੰਦਰ ਨੂੰ ਸੁਆਰ ਆਪਣੇ ਨੂੰ, ਚਰਨ ਧੂੜ ਐਵੇਂ ਨਹੀਂ ਬਣਿਆ ਜਾਂਦਾ। ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਚਾਰ ਪਦਾਰਥ ਅਸ਼ਟ ਸਿੱਧ। ਕਹਿੰਦੇ ਨੇ ਕਾਮ ਧਰਮ ਕਾ ਮੋਖ, ਇਹ ਸਾਰਾ ਕੁਝ ਤੈਨੂੰ ਮਿਲ ਜਾਏਗਾ। ਤੈਨੂੰ ਧਰਮ ਵੀ ਮਿਲ ਜਾਏਗਾ, ਤੇਰੀ ਕਾਮਨਾ ਵੀ ਪੂਰੀ ਹੋਏਗੀ, ਤੈਨੂੰ ਆਰਥਿਕ ਤੰਗੀ ਵੀ ਨਹੀਂ ਹੋਏਗੀ ਤੇ ਤੈਨੂੰ ਮੁਕਤੀ ਵੀ ਮਿਲ ਜਾਵੇਗੀ। ਤੇ ਅਸ਼ਟ ਸਿੱਧ ਜਿਹੜੀਆਂ ਸਿੱਧੀਆਂ ਨੇ ਕਰਾਮਾਤਾਂ, ਉਹ ਵੀ ਤੇਰੇ ਕੋਲ ਹੋਣਗੀਆਂ। ਪਰ ਕਿਵੇਂ? ਭਜ ਨਾਨਕ ਹਰ ਨਾਮ। ਅਕਾਲ ਪੁਰਖ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾਇਆ। ਤੇ ਸਤਿਗੁਰੂ ਜੀ ਕਹਿੰਦੇ ਨੇ ਚਤੁਰਥ ਚਾਰੇ ਵੇਦ ਸੁਣ। ਚਾਰੇ ਵੇਦਾਂ ਨੂੰ ਸੁਣ ਕੇ ਵਿਚਾਰ ਕੇ ਤਤ ਵਿਚਾਰ, ਇਹ ਤਤ ਲੱਭਾ। ਕੀ ਤਤ ਲੱਭਾ ਜੀ? ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਜਿਵੇਂ ਗੁਰਬਾਣੀ ਕਹਿੰਦੀ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਪੁਕਾਰ ਪੁਕਾਰ ਕੇ ਕਹਿੰਦੀਆਂ ਨੇ ਨਾਮ ਬਿਨਾ ਸਭ ਕੂੜ ਗਾਲੀ ਪੋਚੀਆਂ। ਜੇ ਬੰਦੇ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਹੈਗਾ, ਜਿਵੇਂ ਗੁਰਬਾਣੀ ਕਹਿੰਦੀ ਹੈ ਨਾ, ਕਹਿੰਦੇ ਗੱਲੀ ਹੋਂ ਸੁਹਾਗਣ ਭੈਣੇ, ਗੱਲਾਂ ਦੇ ਨਾਲ ਮੈਂ ਸੁਹਾਗਣ ਬਣ ਰਹੀ ਹਾਂ, ਪਰ ਕੰਤ ਨਾ ਕਬਹੂ ਮੈਂ ਮਿਲਿਆ। ਪੁੱਛੇ ਵੀ ਕੰਤ ਵੇਖਿਆ? ਕਹਿੰਦੇ ਨਹੀਂ, ਕੰਤ ਤਾਂ ਨਹੀਂ ਮਿਲਿਆ। ਗੱਲਾਂ ਦੇ ਨਾਲ ਮੈਂ ਸੁਹਾਗਣ ਹਾਂ, ਮੈਂ ਸਿੱਖ ਹਾਂ। ਗੁਰਬਾਣੀ ਹੈਗੀ ਪੱਲੇ? ਨਹੀਂ, ਗੁਰਬਾਣੀ ਨਹੀਂ ਹੈਗੀ। ਸਿੱਖ ਅਸੀਂ ਸਾਰੇ ਹੀ ਹਾਂ, ਕਿਹੜਾ ਸਿੱਖ ਨਹੀਂ ਹੈ? ਸਾਰੇ ਸਿੱਖ ਹਾਂ ਅਸੀਂ। ਪਰ ਹਿਰਦੇ ਦੇ ਵਿੱਚ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਕਿਸੇ ਦੇ ਕੋਲ ਨਹੀਂ ਹੈ। ਸਿੱਖ ਅਖਵਾਉਣ ਨੂੰ ਸਾਨੂੰ ਬੜਾ ਆਨੰਦ ਮਿਲਦਾ ਜਦੋਂ ਸਾਨੂੰ ਕੋਈ ਕਵੇ ਤੂੰ ਸਿੱਖ ਹੈ, ਪਰ ਜੇ ਸਾਨੂੰ ਕੋਈ ਪੁੱਛ ਲਵੇ ਤੂੰ ਸਿੱਖ ਹੈ ਤੇ ਗੁਰਬਾਣੀ ਦਾ ਗਿਆਨ ਵੀ ਹੋਵੇਗਾ ਤੇ ਬੰਦਾ ਫਿਰ ਕਹਿ ਦੇਵੇ ਨਹੀਂ ਮੈਂ ਤਾਂ ਅਜੇ ਤੱਕ ਜਪਜੀ ਸਾਹਿਬ ਹੀ ਨਹੀਂ ਪੜ੍ਹ ਕੇ ਵੇਖਿਆ। ਗਿਆਨ ਤਾਂ ਗੱਲਾਂ ਦੂਰ ਦੀਆਂ ਨੇ, ਮੈਨੂੰ ਤਾਂ ਅਜੇ ਇਹ ਨਹੀਂ ਪਤਾ ਵੀ ਜਪਜੀ ਸਾਹਿਬ
ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਕਿੰਨੇ ਅੰਗ ਤੇ ਜਾ ਕੇ ਖਤਮ ਹੁੰਦਾ ਹੈ, ਨਹੀਂ ਪਤਾ। ਸੋ ਮਹਾਰਾਜ ਤਾਂ ਹੀ ਸਾਨੂੰ ਕਿਥੇ ਕਹਿੰਦੇ ਨੇ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ, ਨਾਮ ਤੋਂ ਬਿਨਾ ਸਭ ਕੂੜ ਨੇ। ਗੱਲਾਂ ਜਿਹੜੀਆਂ ਜੋ ਮਰਜ਼ੀ ਕਰ ਲਈਏ, ਗੱਲ ਹੀ ਹੋਛੀਆਂ, ਗੱਲਾਂ ਹੋਛੀਆਂ ਨੇ। ਜੇ ਬੰਦੇ ਕੋਲ ਵਾਹਿਗੁਰੂ ਦਾ ਸਿਮਰਨ ਨਹੀਂ ਹੈਗਾ, ਪਰਮਾਤਮਾ ਜੀ ਦੀ ਬੰਦਗੀ ਨਹੀਂ ਹੈਗੀ, ਤੇ ਕਹਿੰਦੇ ਗੱਲਾਂ ਕਰਨ ਦੇ ਨਾਲ ਕੀ ਹੋਏਗਾ? ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਨੇ। ਗੱਲਾਂ ਦੇ ਨਾਲ ਅਸੀਂ ਚੰਗੀਆਂ, ਪਰ ਜੇ ਕੋਈ ਸਾਡਾ ਆਚਰਣ ਵੇਖੇ, ਜੇ ਕੋਈ ਸਾਡਾ ਜੀਵਨ ਵੇਖੇ, ਤੇ ਅਸੀਂ ਬੁਰਿਆਂ 'ਚ ਗਿਣੇ ਜਾਵਾਂਗੇ। ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਆਚਰਣ ਸਾਡਾ ਬੁਰਿਆਂ ਦੇ ਵਿੱਚ ਆਉਂਦਾ ਹੈ ਤੇ ਗੱਲਾਂ ਦੇ ਵਿੱਚ ਅਸੀਂ ਚੰਗਿਆਂ 'ਚ ਆਉਂਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਆਨੜੀਏ ਮਨੜਾ ਕਾਹੇ ਕਰੇ, ਕਿਸ ਗੱਲ ਦਾ ਮਾਣ ਹੈ ਤੈਨੂੰ? ਆਪਣੇ ਘਰ ਰੰਗੋ ਕੀ ਨਾ ਮਾਣੇ, ਆਪਣੇ ਘਰ ਦੇ ਵਿੱਚ ਤੈਨੂੰ ਰੱਬ ਨਹੀਂ ਦਿਸਦਾ? ਮਹਾਰਾਜ ਕਿਵੇਂ ਲੱਭੇ? ਕਹਿੰਦੇ ਭੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਆਪਣੇ ਅੱਖਾਂ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਦੀਆਂ ਸਲਾਈਆਂ ਪਾ ਤੇ ਪ੍ਰਮਾਤਮਾ ਦੇ ਡਰ ਦਾ ਸ਼ਿੰਗਾਰ ਕਰ। ਤੇ ਕਹਿੰਦੇ ਫਿਰ ਤੈਨੂੰ ਸੁਹਾਗਣ ਆਖਿਆ ਜਾਏਗਾ ਜਦੋਂ ਪ੍ਰਮਾਤਮਾ ਤੈਨੂੰ ਪਿਆਰ ਕਰੇਗਾ, ਵਾਹਿਗੁਰੂ ਤੈਨੂੰ ਆਪਣਾ ਸਮਝ ਲਵੇਗਾ, ਤਦੋਂ ਫਿਰ। ਸਤਿਗੁਰੂ ਜੀ ਕਹਿੰਦੇ ਨੇ ਸਰਬ ਕਲਿਆਣ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਰ, ਨਰਕ ਨਿਵਾਰੇ ਦੁੱਖ ਹਰੇ। ਨਰਕਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ, ਦੁੱਖ ਕਲੇਸ਼ ਤੇਰੇ ਨਿਕਲ ਜਾਣਗੇ, ਨਸ ਜਾਣਗੇ, ਖਤਮ ਹੋ ਜਾਣਗੇ। ਕਈ ਵਾਰੀ ਇਹ ਬਚਨ ਆਪ ਜੀ ਨਾਲ ਸਾਂਝਾ ਕੀਤਾ ਵੀ ਜਦੋਂ ਸੰਸਾਰ ਦੇ ਵਿੱਚ ਅਸੀਂ ਕੋਈ ਵੀ ਮੰਗਦੇ ਹਾਂ ਪੈਸੇ, ਤੇ ਵੇਖੋ ਇੱਕ ਧਾਰ ਸੁਧਾਰ ਚੱਲਦਾ ਹੈ ਵੀ ਅਸੀਂ ਉਹਨੂੰ ਕੁਝ ਦਿੰਨੇ ਆ ਤੇ ਉਹ ਫਿਰ ਉਹ ਬੰਦਾ ਕਹਿ ਦਿੰਦਾ ਵੀ ਇੰਨੇ ਚਿਰ ਦੇ ਵਿੱਚ ਸਾਨੂੰ ਮੋੜ ਦਿੱਤੇ ਜਾਣ, ਜਾਂ ਉਹ ਵਿਆਜ ਲਾਉਂਦਾ ਹੈ। ਪਰ ਕਹਿੰਦੇ ਪ੍ਰਮਾਤਮਾ ਤੇ ਗੁਰੂ ਕਿਹੋ ਜਿਹਾ ਹੈ? ਐਡੀ ਸਮਰੱਥਾ ਕਿਸੇ ਵਿੱਚ ਨਹੀਂ ਹੈਗੀ। ਕੋਈ ਬੰਦਾ ਕਵੇ ਵੀ ਆਪਦੇ ਘਰ ਦੇ ਸਾਰੇ ਦੁੱਖ ਮੈਨੂੰ ਦੇ ਜਾ ਤੇ ਸੁੱਖ ਤੂੰ ਸਾਰੇ ਇਕੱਠੇ ਕਰਕੇ ਉੱਥੋਂ ਲੈ ਜਾ। ਇੱਕੋ ਇੱਕ ਕੁਆਲਿਟੀ ਜਿਹੜੀ ਹੈ, ਇੱਕੋ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਹੈ ਗੁਰੂ ਦੇ ਵਿੱਚ, ਉਹ ਕਹਿੰਦੇ ਵੀ ਦੁੱਖ ਪਰ ਹਰ ਸੁੱਖ ਘਰ ਲੈ ਜਾਓ। ਦੁੱਖ ਇੱਥੇ ਛੱਡ ਜਾ ਤੇ ਸੁੱਖ ਤੂੰ ਲੈ ਜਾ। ਹੋਰ ਬੰਦੇ ਨੂੰ ਕੀ ਚਾਹੀਦਾ? ਇਸ ਤੋਂ ਵੱਡੀ ਕੋਈ ਮਿਸਾਲ ਮਿਲ ਸਕਦੀ ਹੈ ਸੰਸਾਰ ਦੇ ਵਿੱਚ? ਅਸੀਂ ਤਾਂ ਪੈਸੇ ਲੈਣੇ ਹੋਣ ਤੇ ਅਗਲਾ ਵਿਆਜ ਲੈਂਦਾ, ਕਹਿੰਦਾ ਵੀ ਚੱਲ ਕੋਈ ਗੱਲ ਨਹੀਂ, ਬਾਕੀਆਂ ਨੂੰ 5 ਲਾਈਦਾ, ਤੁਹਾਨੂੰ 4 ਲਾ ਦੇਾਂਗੇ। ਲਾ ਤੇ ਰਿਹਾ ਨਾ। ਪਰ ਗੁਰੂ ਇਹੋ ਜਿਹਾ ਹੈ ਕਿ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹਨੂੰ ਕੋਈ ਪਛਤਾਵਾ ਨਹੀਂ ਹੈਗਾ, ਸਦਾ ਸਾਨੂੰ ਵਡਿਆਈਆਂ ਬਖਸ਼ਿਸ਼ ਕਰਦਾ ਹੈ। ਪਰ ਮਹਾਰਾਜ ਸਤਿਗੁਰੂ ਜੀ ਸਾਨੂੰ ਇਹੀ ਗੱਲ ਕਹਿੰਦੇ ਨੇ, ਕਹਿੰਦੇ ਵੀ ਤੂੰ ਉਹਦੇ ਨਾਲ ਪ੍ਰੇਮ ਨਹੀਂ ਕਰਦਾ, ਤੇਰਾ ਉਹਦੇ ਨਾਲ ਕੋਈ ਮੋਹ ਪ੍ਰੇਮ ਨਹੀਂ ਹੈਗਾ, ਤੇਰਾ ਕੇਵਲ ਇੱਕ ਢਾਂਚਾ ਜਿਹਾ ਬਣਿਆ ਹੋਇਆ ਹੈ, ਆਇਆ ਗਿਆ ਤੇ ਚਲਾ ਜਾਣਾ ਹੈ। ਕੋਈ ਅੰਦਰੋਂ ਪ੍ਰੇਮ ਨਹੀਂ ਹੈਗਾ, ਅੰਦਰੋਂ ਖਿੱਚ ਨਹੀਂ ਹੈਗੀ। ਜੇ ਅੰਦਰੋਂ ਖਿੱਚ ਹੋਵੇ ਤੇ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿ ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਜੀ ਨੂੰ ਮਿਲਣਾ ਹੋਵੇ, ਜਿਨ੍ਹਾਂ ਨੇ ਰੱਬ ਜੀਆਂ ਨੂੰ ਲੱਭਣਾ ਹੋਵੇ, ਤੇ ਉਹ ਆਪਣੇ ਆਪ ਨੂੰ ਕੀ ਕਹਿੰਦੇ ਨੇ? ਕਹਿੰਦੇ ਮਹਾਰਾਜ ਹਮ ਅੰਧਲੇ ਅੰਧ ਬਿਖੇ ਬਿਖ ਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਸਾਨੂੰ ਆਪਣੇ ਪੱਲੇ ਨਾਲ ਲਾ ਲਵੋ ਤੇ ਆਣ ਕੇ ਅਰਦਾਸਾਂ ਕਰਦੇ, ਦਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ। ਖੋਲ ਕੇ ਵਾਰ ਤੇਰੇ ਤੋਂ ਬਿਨਾ ਮੇਰੀ ਕੋਈ ਸੰਭਾਲ ਕਰਨ ਵਾਲਾ ਨਹੀਂ ਹੈਗਾ, ਮੇਰੀ ਕੋਈ ਪੈਜ ਰੱਖਣ ਵਾਲਾ ਨਹੀਂ ਹੈਗਾ। ਜਿਹਨੂੰ ਦੁੱਖ ਦੱਸਾਂਗਾ ਉਹ ਮਜ਼ਾਕ ਉਡਾਏਗਾ, ਜਿਹਨੂੰ ਸੁੱਖ ਦੱਸਾਂਗਾ ਉਹ ਮੇਰੇ ਤੋਂ ਸੜੇਗਾ। ਕਿਹਨੂੰ ਦੱਸਾਂ? ਜੇ ਕਿਸੇ ਨੂੰ ਤੁਸੀਂ ਦੁੱਖ ਦੱਸੋਗੇ ਤੁਹਾਡਾ ਮਜ਼ਾਕ ਉਡਾਏਗਾ, ਉਹ ਕਹੇਗਾ ਵੀ ਕੱਲ ਤੱਕ ਬੜੀਆਂ ਲੁੱਡੀਆਂ ਮਾਰਦਾ ਪਿਆ ਸੀ, ਅੱਜ ਕਸੂਤਾ ਫਸਿਆ। ਪਰ ਗੁਰੂ ਕਹਿੰਦਾ ਹੈ, ਕਹਿੰਦੇ ਕੋਈ ਗੱਲ ਨਹੀਂ, ਜੇ ਕੱਲ ਤੱਕ ਤੇਰੇ ਕੋਲ ਸੁੱਖ ਸੀਗਾ, ਜੇ ਦੁੱਖ ਆ ਗਿਆ ਤੇ ਦੁੱਖ ਵੀ ਖਤਮ ਹੋ ਜਾਏਗਾ। ਮਹਾਰਾਜ ਕਹਿੰਦੇ ਦੁੱਖ ਛੱਡ ਜਾ, ਇੱਥੇ ਸੁੱਖ ਤੂੰ ਲੈ ਜਾ। ਨਾਮ ਜਪ, ਵਾਹਿਗੁਰੂ ਦੀ ਬੰਦਗੀ ਕਰ। ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਕਹਿੰਦੇ ਨੇ ਨਰਕ ਨਿਵਾਰੇ ਦੁੱਖ ਹਾਰੇ, ਟੂਟੇ ਅਨਕ ਕਲੇਸ਼। ਅਨੇਕਾਂ ਪ੍ਰਕਾਰ ਦੇ ਕਲੇਸ਼ ਜਿਹੜੇ ਨੇ ਤੇਰੇ ਖਤਮ ਹੋ ਜਾਣਗੇ, ਝਗੜੇ ਖਤਮ ਹੋ ਜਾਣਗੇ। ਮੀਂਹ ਝੁੱਟੇ ਜਮ ਤੇ ਛੁੱਟੇ, ਕਹਿੰਦੇ ਜਮਾ ਤੋਂ ਫਿਰ ਤੂੰ ਛੁੱਟ ਜਾਵੇਂਗਾ, ਚਿੰਤਾ ਤੇਰੀ ਦੂਰ ਹੋ ਜਾਏਗੀ। ਹਰ ਕੀਰਤਨ ਪ੍ਰਵੇਸ਼, ਰੱਬ ਦੀ ਸਿਫਤ ਸਲਾਹ ਦੇ ਵਿੱਚ ਤੇਰਾ ਪ੍ਰਵੇਸ਼ ਹੋ ਜਾਏਗਾ, ਫਿਰ ਬੰਦਗੀ ਦੇ ਵਿੱਚ ਤੇਰਾ ਪ੍ਰਵੇਸ਼ ਹੋਗਾ। ਭਉ ਬਿਨਸੇ ਅੰਮ੍ਰਿਤ ਰਸੇ, ਡਰ ਦੂਰ ਹੋ ਜਾਵੇਗਾ। ਅੰਮ੍ਰਿਤ ਦੇ ਵਿੱਚ, ਨੱਬ ਦੇ ਨਾਮ ਦੇ ਵਿੱਚ ਨਾਮ ਰਸ ਤੈਨੂੰ ਪ੍ਰਾਪਤ ਹੋਏਗਾ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ।
ਮਿੱਠੀ ਹੈ ਬੋਲੀ, ਰੱਬ ਜੀਆਂ ਦੀ ਭਾਖਿਆ ਬਹੁਤ ਮਿੱਠੀ ਹੈ, ਪਿਆਰੀ ਹੈ। ਪਰ ਜਿਹੜੇ ਬਾਣੀ ਪੜ੍ਹਨ ਵਾਲੇ ਆ, ਕਿਉਂਕਿ ਭਾਸ਼ਾ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਪੁੱਛਦੇ ਹਾਂ ਤੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਨਿਮਰਤਾ ਰੱਖੋ, ਨਿਵਣ ਸੁਅੱਖਰ ਖਵਣ ਗੁਣ, ਜੀਭਾ ਬਣੀਆਂ ਮੰਤ। ਨਿਵ ਕੇ ਚੱਲੋ, ਚੰਗੇ ਗੁਣ ਰੱਖੋ, ਜੀਭਾ ਤੋਂ ਸੁੰਦਰ ਸੁੰਦਰ ਬੋਲ ਬੋਲੋ, ਚੰਗੇ ਚੰਗੇ ਬੋਲ ਬੋਲੋ, ਮਿੱਠਾ ਮਿੱਠਾ ਬੋਲੋ। ਤੇ ਸਿੱਖ ਉਹ ਕਹਿੰਦੇ ਨੇ ਵੀ ਇੱਕ ਸਿੱਖਾਂ ਦੀ ਗਾਲ ਜਿਹੜੀ ਬੜੀ ਪ੍ਰਚਲਿਤ ਹੈ, ਉਹ ਬੜੀ ਪ੍ਰਚਲਿਤ ਹੈ। ਕਹਿੰਦੇ ਵੀ ਕਿ ਸਭ ਤੋਂ ਵੱਧ ਪ੍ਰਸਿੱਧੀ ਕਿਹਨਾਂ ਨੂੰ ਮਿਲੀ ਇਸ ਗੱਲ ਦੇ ਵਿੱਚੋਂ? ਕਹਿੰਦੇ ਸਰਦਾਰਾਂ ਨੂੰ। ਇਹ ਗੱਲ ਸਰਦਾਰਾਂ ਦੀ ਪ੍ਰਸਿੱਧ ਗਾਲ ਹੈ, ਉਹ ਸਾਨੂੰ ਪਤਾ ਹੈ, ਸਾਡੀ ਬੋਲੀ ਨਹੀਂ ਹੈ। ਸਾਨੂੰ ਇਉਂ ਲੱਗਦਾ ਹੈ ਕਿ ਸਾਡਾ ਧਰਮ ਕੇਵਲ ਲੜਾਕਿਆਂ ਦਾ ਹੈ, ਲੜਾਕਿਆਂ ਦਾ ਨਹੀਂ ਹੈਗਾ। ਕਦੀ ਨਿਮਰਤਾ ਰੱਖ ਕੇ ਵੇਖੋ। ਬਾਬਾ ਪ੍ਰਿਥੀ ਚੰਦ ਉਹਨਾਂ ਦਾ ਪੁੱਤਰ ਹੈ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਕਰਦਾ, ਕਹਿੰਦੇ ਮੈਂ ਤੈਨੂੰ ਮਰਵਾ ਦੇਵਾਂਗਾ। ਬਾਦਸ਼ਾਹ ਦੇ ਕੋਲ ਜਾ ਕੇ ਨਾ ਤੇਰਾ ਘਰ-ਬਾਰ ਜਾੜ ਦੇਵਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਕਹਿੰਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿੰਨੀ ਵਾਰ ਵੀ ਮਿਲਣ ਵਾਸਤੇ ਜਾਂਦੇ ਨੇ ਨਾ, ਵੱਡਾ ਭਰਾ ਕਰਕੇ ਸਤਿਕਾਰ ਦਿੰਦੇ ਨੇ। ਤੇ ਜਿਹੜਾ ਉਹ ਪ੍ਰਿਥੀ ਚੰਦ ਦਾ ਵੱਡਾ ਪੁੱਤਰ ਹੈ, ਉਹ ਉੱਚੀ ਥਾਂ ਤੇ ਬੈਠਾ ਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪੈਰਾਂ 'ਚ ਬੈਠੇ ਹੁੰਦੇ ਨੇ। ਤੇ ਬਾਬਾ ਸ਼੍ਰੀ ਚੰਦ ਜੀ ਵਰਗੇ ਗੁਰੂ ਰਾਮਦਾਸ ਜੀਆਂ ਦੇ ਕੋਲ ਆਉਂਦੇ ਨੇ, ਕਹਿੰਦੇ ਇੰਨਾ ਦਾੜਾ ਲੰਮਾ ਕਿਉਂ ਵਧਾਇਆ ਹੈ? ਤੇ ਦਾੜਾ ਫੜ ਕੇ ਤੇ ਝਾੜਨ ਲੱਗ ਪੈਂਦੇ ਨੇ। ਕਹਿੰਦੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਜੋੜੇ ਝਾੜਨ ਵਾਸਤੇ, ਚਰਨ ਝਾੜਨ ਵਾਸਤੇ ਇਹ ਦਾੜਾ ਮੈਂ ਵਧਾਇਆ ਹੋਇਆ ਹੈ। ਸੌਖੀਆਂ ਜੀ ਗੱਲਾਂ ਥੋੜੀਆਂ ਨੇ। ਇਹ ਲੜਾਕਾ ਧਰਮ ਨਹੀਂ ਹੈਗਾ ਕਿ ਕੇਵਲ ਲੜ ਲੈਣਾ, ਕੇਵਲ ਝਗੜੇ ਕਰ ਲੈਣਾ, ਇਹੀ ਸਿੱਖੀ ਹੈ। ਇਹ ਸਿੱਖੀ ਨਹੀਂ ਹੈਗੀ। ਸਿੱਖੀ ਨਿਮਰਤਾ ਦੇ ਵਿੱਚੋਂ ਨਿਕਲੀ ਹੈ, ਬਹੁਤ ਜ਼ਿਆਦਾ ਪਿਆਰ ਦੇ ਵਿੱਚੋਂ ਨਿਕਲੀ ਹੈ, ਭਾਵਨਾ ਦੇ ਵਿੱਚੋਂ ਨਿਕਲੀ ਹੈ ਤੇ ਸੇਵਾ ਦੇ ਵਿੱਚੋਂ ਇਹ ਸਾਰਾ ਕੁਝ ਇਹ ਧਰਮ ਪ੍ਰਗਟ ਹੋਇਆ ਹੈ। ਉਹ ਤਾਂ ਬਾਅਦ ਵਿੱਚ ਭਗਤੀ ਤੇ ਸ਼ਕਤੀ ਦਾ ਮੇਲ ਕਰ ਦਿੱਤਾ, ਕਿਉਂਕਿ ਲੋਕ ਜ਼ੁਲਮ ਢਾ ਰਹੇ ਸਨ, ਲੋਕ ਵਿਕਾਰੀ ਹੋ ਰਹੇ ਸਨ। ਜਿਹੜਾ ਵੀ ਕੋਈ ਆ ਰਿਹਾ ਸੀ ਉਹ ਕਹਿੰਦਾ ਵੀ ਜਾਂ ਤਾਂ ਸਾਡੇ ਕਾਰਜ ਰਾਸ ਕਰ, ਜਾਂ ਸਾਡੇ ਧਰਮ ਨੂੰ ਕਬੂਲ ਕਰ, ਜਾਂ ਕੋਈ ਕਰਾਮਾਤ ਵਿਖਾ ਕੇ ਤੇ ਸਾਡੇ ਮਰੇ ਹੋਏ ਜੀਵ ਨੂੰ, ਜੰਤੂ ਨੂੰ ਜਿਉਂਦਾ ਕਰ ਦੇ, ਸਾਨੂੰ ਸੁੱਖ ਦੇ ਦੇ। ਇਹੋ ਜਿਹੀਆਂ ਗੱਲਾਂ ਲੋਕ ਕਰਨ ਲੱਗ ਪਏ। ਤਾਂ ਕਰਕੇ ਕਿਰਪਾਨ ਨਾਲ ਜੋੜ ਦਿੱਤੀ ਗਈ ਵੀ ਆਪਣੀ ਹਿਫਾਜ਼ਤ ਵੀ ਜ਼ਰੂਰੀ ਹੈ, ਦੂਜੇ ਦਾ ਭਲਾ ਵੀ ਜ਼ਰੂਰੀ ਹੈਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਦਰਿਦਰ ਅਪਵਿੱਤਰਤਾ ਨਾਸੇ ਨਾਮ ਆਧਾਰ। ਜਿਨ੍ਹਾਂ ਦਾ ਨਾਮ ਆਸਰਾ ਹੋ ਗਿਆ ਨਾ, ਉਹਨਾਂ ਦੇ ਦੁੱਖ ਦਰਿਦਰ ਤੇ ਅਪਵਿੱਤਰਤਾ ਦੂਰ ਹੋ ਜਾਂਦੀ ਹੈ। ਸੁਰ ਨਰ ਮਨ ਜਨ ਖੋਜਤੇ, ਕਹਿੰਦੇ ਨੇ ਰੱਬ ਜੀਆਂ ਦੇ ਨਾਮ ਨੂੰ ਸੁਰ ਨਰ ਮਨ ਜਨ ਵੀ ਖੋਜਦੇ ਪਏ ਨੇ। ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ, ਨਾਨਕ ਸਾਧ ਰਵਾਲ ਚਰਨ ਧੂੜੀ ਬਣ ਜਾ। ਤੇਰਾ ਮੁਖ ਉਜਲਾ ਹੋ ਜਾਏਗਾ, ਮਨ ਨਿਰਮਲ ਹੋ ਜਾਏਗਾ। ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਥਿੱਤਾਂ ਵਾਰਾਂ ਸੰਗਰਾਂਦਾਂ ਦੇ ਵਿੱਚ ਨਹੀਂ ਪੈਂਦੇ, ਸਾਨੂੰ ਤਾਂ ਇੰਨੀ ਕੁ ਕਿਰਪਾ ਕਰ। ਗੁਰਾ ਇੱਕ ਦੇ ਬੁਝਾਈ, ਇੱਕ ਸਮਝਦੇ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਮੇਰੇ ਹਿਰਦੇ ਚੋਂ ਭੁੱਲ ਨਾ ਜਾਵੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।